and thanks to the department for giving us the opportunity to deliver a session. So, myself Abhijit Timan from Government ITA Women Jalweda. Today's topic is creating calculator in VBA. So, first of all, what is VBA? VBA is a coding language, same as JavaScript and HTML. Previous weeks से which JavaScript ਤੇ HTML डिजाइनिंग ਦੇ ਵਿੱਚ ਆਪਾਂ ਨੂੰ ਹੈਲਪ ਕਰਦੇ हैं। ਉਸੇ ਤਰ੍ਹਾਂ VBA एक ਇਹ ਵੀ ਕੋਡਿੰਗ ਲੈਂਗੁਏਜ यूज करते हैं। ठीक है, फर्स्ट है enables building user defined function। user defined function मतलब users ही ਜਿਹੜੇ ਹੈ beneficial ਆਪਾਂ ਨੂੰ ਇਹ programs बनाने सौखे लगन कोडिंग ਹੋਵੇ ਆਪਾਂ यूज कर सकिए ਉਹ ਇਸ ਤਰ੍ਹਾਂ ਦੀ ਇੱਕ ਲੈਂਗੁਏਜ ਜਿਹੜੀ ਹੈ ਉਹ ਡਿਵੈਲਪ ਕੀਤੀ ਗਈ ਹੈ। then second है macro performing languages such as word and excel। ਜਿਸ ਤਰ੍ਹਾਂ ਦੇ ਨਾਲ word ਦੇ ਵਿੱਚ macros and excels ਬਣਦੇ ਆ ਉਵੇਂ ਹੀ ਆਪਾਂ VBA ਦੇ ਵਿੱਚ ਜਿਹੜਾ macros ਬਣਾ ਕੇ ਆਪਣਾ ਕੰਮ ਜਿਹੜਾ ਹੈ ਉਹ easy ਕਰ ਸਕਦੇ ਹਾਂ। next built into most Microsoft Office application। ਇਹ mostly ਜਿੰਨੇ ਵੀ MS Word MS ਦੀਆਂ applications ਹੈ MS Word MS Excel MS Access etc यूज कर सकते हैं। JavaScript और HTML ਦੇ ਵਿੱਚ ਜਿਵੇਂ ਬੇਸਿਕ ਦੇ ਵਿੱਚ ਪਹਿਲਾਂ ਆਪਾਂ ਇਨੀਸ਼ੀਅਲ ਕਮਾਂਡਸ ਦਿੰਦੇ ਆ ਕਿ HTML ਸਟਾਰਟ ਕਰਦੇ ਆ HTML ਟੈਗ ਦਿੰਦੇ ਆ ਉਹ ਤੋਂ ਇੰਡੀਕੇਸ਼ਨ ਕੀ ਹੁੰਦੀ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸਟਾਰਟ ਹੋ ਚੁੱਕਿਆ ਹੈ। head body then tags की closing। so वो क्या है एक proper format है किसी भी language ਨੂੰ ਲਿਖਣ ਦਾ अगर वो सही steps ਨੂੰ follow किया जाएगा only then जेड़ा अपना program है वो run करेगा। so this is called a procedure। a procedure in VBA is a named unit of code that containing a sequence of statements to be executed as a group। so VBA ਦੇ ਵਿੱਚ procedure क्या है different ਜਿਹੜੀ ਆ ਕੋਡਿੰਗ ਹੈ ਕੋਡਿੰਗ ਸਟੇਟਮੈਂਟਸ ਨੂੰ ਇੱਕ ਪ੍ਰੋਪਰ ਸੀਕੁਐਂਸ ਦੇ ਵਿੱਚ ਕਰਕੇ ਐਗਜ਼ੀਕਿਊਟ ਕਰਨਾ ਕੀ ਕਹਾਂਦਾ ਹੈ ਪ੍ਰੋਸੀਜਰ। ਜਿਵੇਂ ਕੋਈ ਵੀ ਐਕਸਪੈਰੀਮੈਂਟ ਕਰਨਾ ਹੈ ਅਗਰ ਸਟੈਪ 1 ਸਟੈਪ 2 ਅਗਰ ਸੀਕੁਐਂਸ ਦੇ ਵਿੱਚ ਫੋਲੋ ਕੀਤੇ ਜਾਣਗੇ ਪ੍ਰੋਪਰ ਸੀਕੁਐਂਸ ਫੋਲੋ ਕੀਤੀ ਜਾਏਗੀ ਓਨਲੀ ਦੈਨ ਜਿਹੜਾ ਪ੍ਰੋਗਰਾਮ ਹੈ ਉਹ ਰਨ ਕਰੇਗਾ। ਦੈਨ ਹੈ VBA itself has a library of procedure। ਹੁਣ ਹਰ ਐਪਲੀਕੇਸ਼ਨ ਦੇ ਵਿੱਚ ਆਲਰੇਡੀ ਕੁਝ ਫੰਕਸ਼ਨਸ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਇਨਬਿਲਟ ਫੰਕਸ਼ਨਸ। ਜਿਸ ਤਰ੍ਹਾਂ ਐਕਸਲ ਦੇ ਵਿੱਚ ਸਮ ਐਵਰੇਜ ਮਿਨੀਮਮ ਪਰਸੈਂਟੇਜ ਇਹ ਆਲਰੇਡੀ ਇੱਕ ਟੈਬ ਦੇ ਵਿੱਚ ਆਪਾਂ ਨੂੰ ਸ਼ੋ ਕੀਤੇ ਜਾਂਦੇ ਆ। ਅਗਰ ਆਪਾਂ ਨੂੰ ਫਾਰਮੂਲਾਸ ਪਤਾ ਹੈ ਤਾਂ ਆਪਾਂ ਡਾਇਰੈਕਟ ਫਾਰਮੂਲਾਸ ਵੀ ਅਪਲਾਈ ਕਰ ਸਕਦੇ ਹਾਂ ਨਹੀਂ ਤਾਂ ਜੋ ਟੈਬਸ ਆ ਉਹਨੂੰ ਯੂਜ਼ ਕਰਕੇ ਫੰਕਸ਼ਨ ਹੈ ਜਿਹੜਾ ਉਹ ਐਗਜ਼ੀਕਿਊਟ ਕਰ ਸਕਦੇ ਹਾਂ। ਸੋ ਇਹਨੂੰ ਕੀ ਆਪਾਂ ਕਹਿੰਦੇ ਆ ਇਨਬਿਲਟ ਫੰਕਸ਼ਨਸ। then functions क्या होंगे हैं designed to perform a specific task। कोई खास task ਨੂੰ perform ਕਰਨ ਲਈ ਜੋ ਆਪਾਂ use ਕਰਦੇ ਹਾਂ ਉਹਨਾਂ ਨੂੰ ਆਪਾਂ function ਕਹਿੰਦੇ ਹਾਂ। so ਜਿਸ ਤਰ੍ਹਾਂ ਮੈਂ 2 numbers ਦਾ sum ਕਰਨਾ ਤਾਂ ਉਹਦੇ ਵਿੱਚ function क्या ਹੋਗਾ ਕਿ ਮੈਂ first number ਤੇ second number ਨੂੰ add ਕਰਨੀ ਹੈ ਤਾਂ ਉਹਦਾ specific task क्या है कि 2 number ਦਾ total ਹੋ ਕੇ ਮੈਨੂੰ शो होएगा। then inbuilt functions हर एप्लीकेशन ਦੇ ਵਿੱਚ ਕੁਝ inbuilt functions ਹੁੰਦੀਆਂ ਜਿਨ੍ਹਾਂ ਨੂੰ ਆਪਾਂ ਨੂੰ ਪ੍ਰੋਗਰਾਮਿੰਗ ਜਿਹੜੀ ਹੈ ਫਾਰਮੂਲਾ ਲਿਖਣ ਦੀ ਲੋੜ ਨਹੀਂ ਪੈਂਦੀ ਜਸਟ ਕਲਿੱਕ ਕਰਕੇ ਆਪਸ਼ਨਸ ਤੇ ਆਪਾਂ ਡਾਇਰੈਕਟ ਉਹਨਾਂ ਨੂੰ ਅਪਲਾਈ ਕਰ ਸਕਦੇ ਹਾਂ। then each functions return a value। ਜਦੋਂ ਵੀ ਆਪਾਂ ਕਿਸੇ ਵੀ ਸਟੇਟਮੈਂਟ ਦੇ ਵਿੱਚ ਕੋਈ ਫੰਕਸ਼ਨ ਲਗਾਉਂਦੇ ਆ ਤਾਂ ਉਹਦਾ ਇੱਕ ਰਿਟਰਨ ਵੈਲਿਊ ਜ਼ਰੂਰ ਆਉਂਦੀ ਹੈ। ਸਪੋਜ਼ a + b कोई 2 वैल्यूज ਨੂੰ मैं ऐड ਕੀਤਾ ਤਾਂ ਉਹਦੀ ਮੇਰੇ ਕੋ ਰਿਟਰਨ ਵੈਲਿਊ ਕੀ ਆਣੀ ਚਾਹੀਦੀ ਹੈ ਉਹ 2 ਨੰਬਰਸ ਦਾ ਐਡ। तो फंक्शंस ਦਾ ਹਮੇਸ਼ਾ ਕੀ ਹੈ ਇੱਕ ਰਿਟਰਨ ਵੈਲਿਊ ਦਿੰਦੀ ਹੈ। ਇਹ ਤੋਂ ਇੰਡੀਕੇਸ਼ਨ ਹੋ ਜਾਂਦੀ ਹੈ ਕਿ ਜੇ ਆਪਾਂ ਕੀ ਯੂਜ਼ ਕਰ ਰਹੇ ਹਾਂ ਫੰਕਸ਼ਨਸ। ਦੈਨ ਹੈ ਸਬ ਪ੍ਰੋਸੀਜਰ। ਹੋਰ ਕੀ ਤਰੀਕੇ ਹਨ ਲਿਖਣ ਦੇ ਸਬ ਪ੍ਰੋਸੀਜਰਸ ਨੂੰ ਆਪਾਂ ਸਬ ਔਰ ਸਬ ਰੂਟੀਨਸ ਵੀ ਕਹਿੰਦੇ ਹਾਂ। डिजाइन टू परफॉर्म अ स्पेसिफिक टास्क बट अनलाइक अ फंक्शन। ये भी एक स्पेसिफिक जो टास्क है परफॉर्म करते हैं बट नॉट लाइक फंक्शन।
ठीक है। और ਇਹਦਾ डिफरेंस क्या है कि ਜਦੋਂ ਵੀ ਆਪਾਂ ਫੰਕਸ਼ਨ ਅਪਲਾਈ ਕਰਦੇ ਹਾਂ ਹੁੰਦੀ ਹੈ ਔਰ ਸਬ ਦੀ ਰਿਟਰਨ ਵੈਲਿਊ ਜਿਹੜੀ ਆ ਉਹ ਨਹੀਂ ਆਉਂਦੀ। ਹੁਣ ਸਬ ਇੱਥੇ ਕਿਵੇਂ ਯੂਜ਼ ਹੁੰਦਾ ਹੈ VBA ਦੇ ਵਿੱਚ ਦੋ ਤਰ੍ਹਾਂ ਦੀਆਂ ਸਟੇਟਮੈਂਟਸ ਆਉਂਦੀਆਂ ਸਬ ਸਟੇਟਮੈਂਟਸ ਐਂਡ ਐਂਡ ਸਟੇਟਮੈਂਟ। ਸਬ ਸਟੇਟਮੈਂਟ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਯੂਜ਼ ਹੁੰਦੀ ਹੈ। ਜਦੋਂ ਆਪਾਂ ਕੋਈ ਪ੍ਰੋਗਰਾਮ ਲਿਖਣ ਲੱਗਦੇ ਹਾਂ VBA ਦੇ ਵਿੱਚ ਦੈਨ ਸਭ ਤੋਂ ਪਹਿਲਾਂ ਆਪਾਂ ਕਿਆ ਦਵਾਂਗੇ ਇੱਕ ਸਬ ਸਟੇਟਮੈਂਟ ਲਿਖਦੇ ਹਾਂ। ਉਹ ਤੋਂ ਇੰਡੀਕੇਸ਼ਨ ਹੋਈ ਕਿ ਅਸੀਂ ਪ੍ਰੋਗਰਾਮ ਜਿਹੜਾ ਉਹ ਸਟਾਰਟ ਕਰ ਰਹੇ ਹਾਂ। ਫਿਰ ਦੈਨ ਪ੍ਰੋਸੀਜਰ ਦੇ ਅਕੋਰਡਿੰਗ ਆਪਾਂ ਕੋਡਿੰਗ ਦੀ ਸੀਕੁਐਂਸ ਫੋਲੋ ਕਰਦੇ ਹਾਂ। ਵੇਰੀਏਬਲ ਡਿਫਾਈਨ ਕਰਦੇ ਹਾਂ ਦੈਨ ਵੇਰੀਏਬਲਸ ਨੂੰ ਵੈਲਿਊਜ਼ ਅਸਾਈਨ ਕੀਤੀਆਂ ਫੰਕਸ਼ਨ ਦੇਣਾ ਦੈਨ ਲਾਸਟ ਵਿੱਚ ਜਦੋਂ ਸਾਰੇ ਫੰਕਸ਼ਨਸ ਦੇ ਆਪਾਂ ਕਲੋਜ਼ ਕਰ ਦਿੰਦੇ ਹਾਂ ਫਿਰ ਆਪਾਂ ਕਿਆ ਕਰਦੇ ਹਾਂ ਐਂਡ ਸਬ। ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਸਿਰਫ ਇੱਥੇ ਤੱਕ ਹੀ ਸੀਗਾ। ਠੀਕ ਹੈ। ਨੈਕਸਟ ਹੈ ਕੀਵਰਡਸ। ਕੀਵਰਡਸ ਹੋ ਗਈਆਂ ਕੋਡਿੰਗ ਜੋ ਆਪਾਂ ਕਿਸੇ ਵੀ ਲੈਂਗੁਏਜ ਨੂੰ ਲਿਖਣ ਲਈ ਯੂਜ਼ ਕਰਦੇ ਹਾਂ। The sub keywords indicates the beginning of the procedure and the end sub keywords marks the end of the procedure. ਸਬ ਕੀਵਰਡ ਜਿਹੜਾ ਹੈ ਉਹ ਹਮੇਸ਼ਾ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਉਹਨੂੰ ਬਿਗਿਨ ਕਰਨ ਦੇ ਵਿੱਚ ਹੈਲਪ ਯੂਜ਼ ਕੀਤਾ ਜਾਂਦਾ। ਦੈਨ ਐਂਡ ਪ੍ਰੋਸੀਜਰ ਹੈ ਜਿਹੜਾ ਉਹ ਪ੍ਰੋਗਰਾਮ ਦੇ ਲਾਸਟ ਵਿੱਚ ਅਪਲਾਈ ਕੀਤਾ ਜਾਂਦਾ। ਇਹ ਕੀ ਹੋ ਗਿਆ ਇੱਕ ਡਿਫਾਈਨਡ ਪਾਥ ਹੋ ਗਿਆ ਪ੍ਰੋਗਰਾਮ ਦੀ ਬਿਗਨਿੰਗ ਔਰ ending. The function keyword indicates the beginning of the function and the end function keyword marks the end of the function. Suppose मैं if function use कर रही हूँ अपने program दे विच, then मैंने sub statement दी, then if statement जेडी है मैंने वो apply करी। if statement दे विच जदों मैं सारियां conditions लिखती हूँ कि if कोई condition है then else मैंने पता है कि मेरी if condition है जेडी वो इत्थे तक ही सी then ਉਹਨੂੰ ਆਪਾਂ end ਕਿਵੇਂ ਕਰਾਂਗੇ ਫੰਕਸ਼ਨ ਦੇ ਨਾਲ end ਲਗਾ ਕੇ end if ਅਗਰ if ਫੰਕਸ਼ਨ ਹੈ ਤਾਂ end if select ਫੰਕਸ਼ਨ ਆਪਾਂ ਯੂਜ਼ ਕਰ ਰਹੇ ਹਾਂ ਤਾਂ ਉਹਦਾ ending ਕਿਵੇਂ ਹੋਗੀ end select। ਠੀਕ ਹੈ। then है the dim keyword starts a declaration as the and the as keywords link the item declare of its type which is also known as keyword। ਹੁਣ ਡਿਮ ਹੋ ਗਿਆ ਡੈਕਲੇਰੇਸ਼ਨ ਕਿ ਸਟਾਰਟ ਸਬ ਸਟੇਟਮੈਂਟ ਦੇਣ ਤੋਂ ਬਾਅਦ ਮੈਂ ਇੱਕ ਵੇਰੀਏਬਲ ਯੂਜ਼ ਕਰ ਰਹੀ ਹਾਂ। ਹੁਣ ਸਭ ਤੋਂ ਪਹਿਲਾਂ ਮੈਂ ਉਹਨੂੰ ਵੇਰੀਏਬਲ ਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਵੀ ਉਹ ਕਿਆ ਵੇਰੀਏਬਲ ਹੈ ਕਿਸ ਤਰ੍ਹਾਂ ਦਾ ਵੇਰੀਏਬਲ ਹੈ। ਤਾਂ ਡੈਕਲੇਰੇਸ਼ਨ ਲਈ ਕਿਆ ਹੋ ਗਿਆ ਡਿਮ ਵਰਡ ਯੂਜ਼ ਕੀਤਾ ਵੀ ਮੈਂ ਅੱਗੇ ਵੇਰੀਏਬਲ ਡਿਕਲੇਅਰ ਕਰਨਾ ਚਾਹੁੰਦੀ ਹਾਂ। ਸਪੋਜ਼ ਡਿਮ a as then ਡਾਟਾ ਟਾਈਪ ਵੀ ਕਿਸ ਤਰ੍ਹਾਂ ਦਾ ਹੈ ਵੇਰੀਏਬਲ ਹੈ ਸਟ੍ਰਿੰਗ ਹੈ ਇੰਟੀਜਰ ਹੈ ਡਬਲ ਹੈ एक्सेट्रा किसी भी तरह का जो डाटा टाइप है वो मैं मेंशन कर दूंगी। The name of the functions are like sum, minimum, etc. and sub procedures are not the keyword. The sub procedure का कोई keyword नहीं थे। functions के keywords क्या use करते हैं आपा additionally sum, minimum and etc. Then multiplication, division and so on. Then next है how to open a VBA. VBA ਦੀ ਫਾਈਲ ਨੂੰ ਆਪਾਂ ਓਪਨ ਕਿਵੇਂ ਕਰਦੇ ਹਾਂ। ਸਭ ਤੋਂ ਪਹਿਲਾਂ VBA ਲਈ ਆਪਾਂ ਐਕਸਲ ਦੀ ਫਾਈਲ ਓਪਨ ਕਰਦੇ ਹਾਂ। ਐਕਸਲ ਦੀ ਫਾਈਲ ਦੇ ਵਿੱਚ ਆਪਾਂ ਨੂੰ ਉੱਥੇ ਡਿਵੈਲਪਰ ਟੈਬ ਹੈ ਜਿਹੜੀ ਉਹ ਸ਼ੋ ਹੋਏਗੀ। ਡਿਵੈਲਪਰ ਟੈਬ ਸ਼ੋ ਹੋਣ ਤੋਂ ਬਾਅਦ ਇੱਕ ਆਪਸ਼ਨ ਆਪਣੇ ਕੋਲ ਆਏਗੀ ਵਿਜ਼ੂਅਲ ਬੇਸਿਕ ਬਟਨ। ਜਦੋਂ ਆਪਾਂ ਵਿਜ਼ੂਅਲ ਬੇਸਿਕ ਬਟਨ ਤੇ ਕਲਿੱਕ ਕਰਾਂਗੇ ਤਾਂ ਆਪਣੇ ਕੋਲ ਇੱਕ पेज ओपन हो जाएगा जिथे कि आप अपने प्रोग्राम्स में है जड़ा वो लिख सकते हैं। कुछ एप्लीकेशन से विच जो डेवलपर टैब है वो एज अ डिफॉल्ट नहीं शो होंगी तो उन्होंने आप जड़ा है फंक्शन से विच आके कस्टमाइज करके उन्होंने शो कर सकते हैं। एक बार प्रैक्टिकली देख लेते हैं। सो एक्सेल की शीट ओपन हो गई है। जो तुसी एक्सेल की शीट ओपन करोगे तो इस तरह की शीट ओपन होगी। इस टाइम मेरे को ऊपर डेवलपर टैब है। इनकेस ये डेवलपर टैब इतने नहीं शो हो रही तो मैं फाइल पे क्लिक करूंगी देन ऑप्शंस तो बाद मेरे को इतने एक ऑप्शन आएगी कस्टमाइज रिबन। कस्टमाइज रिबन तो बाद
ਡ੍ਰੌਪ ਡਾਊਨ ਲਿਸਟ ਆਉਂਦੀ ਹੈ ਜਿਹਦੇ ਵਿੱਚੋਂ ਮੈਂ ਡਿਵੈਲਪਰ ਟੈਬ ਨੂੰ ਟਿਕ ਕਰ ਲੂੰਗੀ। ਮੇਰੇ ਐਪਲੀਕੇਸ਼ਨ ਦੇ ਵਿੱਚ ਆਲਰੇਡੀ ਡਿਸਪਲੇ ਹੋ ਰਿਹਾ, ਤੁਹਾਡੇ ਵਾਲੇ 'ਚ ਆਉਂਦਾ ਤਾਂ ਸਿਲੈਕਟ ਕਰਕੇ ਆਪਾਂ ਜਿਹੜੀ ਹੈ ਓਕੇ ਕਰਾਂਗੇ ਤਾਂ ਡਿਵੈਲਪਰ ਟੈਬ ਹੈ ਜੋ ਮੇਰੀ ਐਕਸਲ ਸ਼ੀਟ ਦੇ ਉੱਤੇ ਸ਼ੋ ਹੋਣ ਲੱਗ ਜਾਏਗੀ। ਦੈਨ ਉਸ ਤੋਂ ਬਾਅਦ ਵਿਜ਼ੂਅਲ ਬੇਸਿਕ ਦਾ ਟੈਬ ਦਿਖ ਰਹੀ ਹੈ ਫਾइल ਦੇ ਐਗਜ਼ੈਕਟ ਨੀਚੇ, ਉੱਤੇ ਕਲਿੱਕ ਕਰਾਂਗੇ ਤਾਂ ਆਪਣੇ को इस तरह ਦੀ ਸ਼ੀਟ ਓਪਨ ਹੋ ਜਾਏਗੀ। ਸ਼ੀਟ ਦੇ ਵਿੱਚ क्या है, पहले ऊपर सारियां ऑप्शंस हैं फॉर क्रिएटिंग अगर एक्सेल शीट दे ਵਿੱਚ जाना है यूजर फॉर्म क्रिएट करने हैं, ठीक है। और ये है एक प्रोजेक्ट एक्सप्लोरर, जिन्ने भी ਆਪਾਂ प्रोजेक्ट ਜਿਹੜੀ फाइल्स अपनी वर्किंग एक्सेल शीट ਦੇ ਵਿੱਚ ਚੱਲ ਰਹੇ हैं ਉਹਨਾਂ ਸਾਰਿਆਂ ਦਾ डिटेल्स ਜਿਹੜੀਆਂ ਆਪਾਂ ਇੱਥੋਂ ਚੈੱਕ ਕਰ ਸਕਦੇ ਹਾਂ। then next है प्रॉपर्टीज। प्रॉपर्टीज ਦੇ ਵਿੱਚ क्या आएगा, ਜਿਹੜੀ भी एट प्रेजेंट शीट ओपन हुई भी वो शीट 1 है, शीट 2 3 या ਉਹਦੀ ਸੈਟਿੰਗਸ ਦੇਖਣੀਆਂ, ਉਹਦੀਆਂ क्या प्रॉपर्टीज है, लेंथ, कोडिंग ਦਾ ਸਟਾਈਲ, फॉन्ट एक्सेट्रा, ਉਹ ਸਭ ਆਪਾਂ क्या ਕਰ ਸਕਦੇ ਹਾਂ प्रॉपर्टीज विंडोज ਦੇ ਵਿੱਚ ਜਾ ਕੇ ਚੇਂਜ ਕਰ ਸਕਦੇ ਹਾਂ, ਉੱਥੋਂ ਚੈੱਕ ਕਰ ਸਕਦੇ ਹਾਂ। then next है ऑपरेटर्स। ऑपरेटर्स से पहला एक बार कैलकुलेटर देख लो जो आज आप बनाना। एक कैलकुलेटर है, ਇਹਦੇ ਵੀ डिफरेंट कीज लगाइया, एक टेक्स्ट बॉक्स लगाया, टेक्स्ट बॉक्स हो गया ਜਿਹਦੇ ਵਿੱਚ टेक्स्ट एंटर ਹੁੰਦਾ। then एक कीज लगाइया, ਇਹਨਾਂ ਦੇ वेरियस फंक्शंस हैं जिਵੇਂ नंबर्स हो गए 1 2 3 4 5 6 7 8 9 एंड 0, ठीक है। उसी तरह डेसिमली डॉट इक्वल टू जो रिजल्ट चाहिए होवे, एंड दीज आर ऑपरेटर्स एडिशन, सबट्रैक्शन, मल्टीप्लिकेशन, डिवीजन, एंड दिस वन इज मॉडुलस। C इज फॉर क्लियर। अगर टेक्स्ट बॉक्स से वैल्यू ਨੂੰ 0 करना होवे, जो ਇੱਥੇ आंसर दिख रहा होगा मैं क्लियर करके 0 वैल्यू लेके आनी है तो ਆਪਾਂ क्या है क्लियर बटन ਜਿਹੜਾ ਉਹ यूज करांगे। सो इस कैलकुलेटर ਵਿੱਚ ਕਿਹੜੇ ऑपरेटर्स मैं यूज कर रही हूं, मैं ਇਹਦੇ ਵਿੱਚ अर्थमैटिक ऑपरेटर्स यूज कर रही हैं। अर्थमेटिक ऑपरेटर्स वो होंगे जो मैथमेटिकल कैलकुलेशंस में आप मैडम आवाज नहीं क्लियर आ रही। हेलो मैडम, आवाज कट के आ रही है जी। ओके सर। सो ऑपरेटर्स आप केड़े यूज कर रहे हो, ऐड, मल्टीप्लिकेशन, डिवीजन, addition ली add denoted by plus, fraction minus, multiplication ली star, division ली slash, modulus ली percentage sign नु शो करता है, equals to जड़ियाँ double parallel lines, ठीक है। तो addition, subtraction, multiplication, division and modulus they all are arithmetic operators। ये की करते हैं, सारे मैथमेटिक कैलकुलेशन ਜਿਹੜੀਆਂ ਉਹ परफॉर्म करते हैं। ऐड द फंक्शन की है, ये दो ओपोरेंट्स ਨੂੰ ऐड करेगा। ओपोरेंट्स होते हुए जो मैं वैल्यूज दे रही हैं, सपोज मैं नंबर देते हैं 5 + 3, ऐड कर रही है। मैम आवाज नहीं क्लियर आ रही। एडिशन क्या है मेरा ऑपरेटर, ਜਦੋਂ ਦੋ ऑपरेंट्स ਤੋਂ ਇੱਕ ਦੇ ਵਿੱਚੋਂ ਦੂਸਰੇ ਦੀ ਵੈਲਿਊ ਜਿਹੜੀ ਹੈ ਆਪਾਂ ਉਹ ਮਲਟੀਪਲੀਕੇਸ਼ਨ, ਜਦੋਂ ਦੋ ऑपरेंट्स ਦੀ ਆਪਾਂ ਨੂੰ ਮਲਟੀਪਲਾਈ ਕਰਕੇ ਆਨਸਰ ਚਾਹੀਦਾ ਹੋਵੇ। ਦੈਨ ਡਿਵਾਈਡ, ਇੱਕ ਵੈਲਿਊ ਨੂੰ ਦੂਸਰੀ ਵੈਲਿਊ ਡਿਵਾਈਡ ਕਰਕੇ ਆਪਣਾ ਰਿਜ਼ਲਟ ਹੈ। ਮੋਡੂਲਸ ਹੋ ਗਿਆ, ਜਦੋਂ ਵੀ ਕਿਸੇ ਨੰਬਰ ਨੂੰ ਦੋ ਨੰਬਰਸ ਨੂੰ ਡਿਵਾਈਡ ਕਰਦੇ then last one है equals to, तो पूरा ऑपरेशन सेट कर देने हैं that 5 + 3, then उस तो बाद मैंने रिजल्ट चाहिए, then इक्वल टू ते क्लिक करांगे तो अपन को क्या है रिटर्न वैल्यू आएगी सॉल्व होके 8।
कैलकुलेटर बनाने वास्ते सब तो पहला ਆਪਾਂ क्या करांगे एक यूजर फॉर्म क्रिएट करांगे VBA एडिटर ਦੇ ਵਿੱਚ देन ਉਹਦੇ ਵਿੱਚ मैडम मैडम बैकग्राउंड तो आवाज बहुत आ रही है जी, समझ नहीं लग रही जी कुछ। सर मेरी बैकग्राउंड तो आवाज क्लियर है, स्टूडेंट्स का म्यूट करवा दो। हेलो मैम। हेलो हाँ हाँ जी हाँ जी, चलो मैडम कंटिन्यू करो प्लीज। अपना अपना माइक ਜਿਹੜਾ ਤੁਸੀਂ ਬੰਦ ਰੱਖੋ, ਤੁਸੀਂ ਬਾਰ-ਬਾਰ ਆਪਣਾ ਮਾਈਕ ਔਨ ਕਰਦੇ ਹੋ, ਡਿਸਟਰਬੈਂਸ ਕ੍ਰੀਏਟ ਹੁੰਦੀ ਹੈ स्टूडेंट्स वास्ते। चलो मैम आप शुरू प्लीज करो। अपना माइक ऑफ रखना। हाँ जी मैम चलो। हाँ जी एक टूल बॉक्स जो करके अपना यूजर फॉर्म जेड़ा वो डिजाइन करांगे। टूल बॉक्स आहो ओपन हो जाएगा। नाउ सब तो पहले क्या करांगे, आप एक टेक्स्ट बॉक्स बनावांगे। ਉਹਦੇ ਵਿੱਚ ਜਾ ਕੇ ਆਪਾਂ ਪ੍ਰੋਪਰਟੀਜ਼ ਜਿਹੜੀਆਂ ਹੋਈਆਂ ਚੇਂਜ ਕਰ ਸਕਦੇ ਹਾਂ। ਸਪੋਜ਼ ਅਗਰ ਟੈਕਸਟ ਹੈ ਜਿਹੜਾ, ਜਦੋਂ ਮੈਂ ਇਹਦੇ ਤੇ ਟੈਕਸਟ ਟਾਈਪ ਕਰਾਂ ਤਾਂ ਉਹ ਕਿਧਰੋਂ ਸਟਾਰਟ ਹੋਵੇ, ਲੈਫਟ ਤੋਂ ਹੋਏ, ਸੈਂਟਰ ਤੋਂ ਹੋਏ ਜਾਂ ਰਾਈਟ ਤੋਂ ਹੋਏ, ਉਹ ਮੈਂ ਟੈਕਸਟ ਲਾਈਨ ਦੇ ਵਿੱਚੋਂ ਜਿਹੜਾ ਉਹ ਚੇਂਜ ਕਰ ਸਕਦੀ ਹਾਂ। ਤਾਂ ਮੈਨੂੰ ਉਹ ਵੈਲਿਊ ਮੈਂ ਜਿਹੜੀ ਆ ਉਹ ਟੈਕਸਟ ਦੇ ਵਿੱਚ ਐਡ ਕਰਤੀ। ਠੀਕ ਹੈ, ਤਾਂ ਜਿਹੜਾ ਡਿਫਾਲਟ ਹੈ ਮੈਨੂੰ ਇੱਥੇ 0 ਉਹ ਸ਼ੋ ਹੋਣ ਲੱਗ ਗਿਆ। ਹੁਣ ਇਸੇ ਤਰ੍ਹਾਂ ਇਹਦਾ ਫੌਂਟਸ ਜਿਹੜਾ ਆਪਾਂ ਚੇਂਜ ਕਰ ਸਕਦੇ ਹਾਂ। ਸਾਈਜ਼ ਸਿਲੈਕਟ ਕਰ ਲਾਂਗੇ। ਓਕੇ, ਤਾਂ ਜਿਹੜਾ ਪ੍ਰੋਪਰਟੀਜ਼ ਆ ਉਹ ਚੇਂਜ ਹੋ ਗਈਆਂ ਆਪਣੇ ਟੈਕਸਟ ਦੀਆਂ। ਸਾਈਜ਼ ਵੱਡਾ ਹੋ ਗਿਆ। ਕਰਨਾ ਹੈ नाउ बटन्स क्रिएट करते हैं। कमांड बटन सिलेक्ट करांगे, ड्रैग किया, ड्रॉप किया तो एक कमांड बटन जेड़ा मेरे को इत्थे बन जाएगा। किसी ने ही कॉपी कर लेने हैं कंट्रोल सी दे नाल एंड कंट्रोल वी दे नाल पेस्ट किया और मेरी सेटिंग कर। ठीक है, हुण कमांड बटन का अगर नेम चेंज करना है तो कमांड बटन सिलेक्ट करूंगी या कमांड बटन की प्रॉपर्टीज जेहड़ियां वो मेरे को इत्थे ओपन हो जाणगियां।
ओपन दे विच जदों मैं कमांड बटन 1 जिथे शो हो रहा है इत्थे मैं अपनी चॉइस दा जेड़ा टेक्स्ट डिस्प्ले करवाना है तां वो चेंजेस मेरियां सारियां कैप्शन दे विच होणगियां। देन साइज सिलेक्ट किया मैम आवाज नहीं बिल्कुल भी आंदी भी ਤੁਹਾਡੀ। फॉन्ट सिलेक्ट किया देन बोल्ड साइज हेलो सिलेक्ट कर लेंगे। हेलो ओके हाँ जी नहीं मैडम सिग्नल ਦੀ ਤੁਹਾਡੇ ਥੋੜੀ ਪ੍ਰੋਬਲਮ ਆ ਅਗਰ ਥੋੜਾ ਜਿਹਾ ਕੋਈ ਸਿਗਨਲ ਵਾਲੀ ਜਗ੍ਹਾ ਤੇ ਹੋ ਜਾਏ ਤਾਂ ਬਹੁਤ ਵਧੀਆ ਰਹੇਗਾ। सर मैं एक बार कोशिश ਤੁਹਾਡੀ करती ਆਵਾਜ਼ ਕੱਟਦੀ ਹੈ ਥੋੜੀ ਪਲੀਜ਼। Olha aí, você vai, cara. सर हुन प्रॉपर है। हाँ जी ठीक है जी। थैंक यू सर। देन नेक्स्ट कमांड बटन्स बनाते हैं इनको कॉपी ड्रैग करके ਆਪਾਂ ਜਿਹੜੀ ਹੈ ਡਿਜ਼ਾਈਨਿੰਗ ਇਹਦੀ ਕਰ ਸਕਦੇ ਹਾਂ।
अर्जुन सारे कमांड बटन्स बनाने हैं हुण इन्हां दी जिहड़ी है आपां कैप्शन चेंज कर लांगे आवाज आ गई देन कैप्शन चेंज किया मैं 6 फॉन्ट चेंज कर दें इसी तरह बाकी की कमांड बटन्स नू एक वैल्यू देंगी then caption font ये सारी हो गया नंबर कीज डॉट यूज करेंगे फॉर डेसिमल नाउ ऑपरेटर्स केड़े हो गए अपने को एडिशन division and last one is equal to
इस कमांड बटन पे कंडीशन लगाने हैं that if इसका नाम है टेक्स्ट बॉक्स 1 that text box 1 dot जो है मेरे प्रोग्राम दी वो क्या है 0 है पहला टेक्स्ट बॉक्स ਜਦੋਂ मैं कोई भी वैल्यू ਜਿਹੜੀ ਆ ਉਹ एंटर नहीं ਕੀਤੀ देन अगर 0 है तो फिर क्या होए टेक्स्ट बॉक्स 1 dot is it 7 नंबर की है कितना हाँ तो वैल्यू मेरी हो जाए टाइप हो जाए 7 देन else कंडीशन लगाएंगे that is text box 1 that is 7 तो जब भी मैं उसे क्लिक करूंगी तो आंसर क्या आ जाएगा 7 उन्होंने रन करके if tag यूज कितना सी तो हम if लगावांगे नंबर की कोडिंग कर देंगे Then and this statement ਇਹਨੂੰ ਰਨ ਕਰਕੇ ਦੇਖਦੇ ਹਾਂ 8 ਤੇ क्लिक ਕੀਤਾ ਮੇਰੇ टेक्स्ट बॉक्स ਦੇ ਵਿੱਚ वैल्यू क्या होगी चेंज 9 ਤੇ क्लिक करूंगी कोई आउटपुट नहीं आएगी क्यों क्योंकि ਉਹਦੇ ਤੇ ਕੋਡਿੰग ਜਿਹੜੀ ਆ ਉਹ ਪੈਂਡਿੰਗ ਹੈ देन इसी तरह बाकी नंबर्स ही कर लेंगे आप टेक्स्ट बॉक्स ਦੇ ਵਿੱਚ वैल्यू नंबर्स ही सारे ਦੀ ਕੋਡਿੰਗ सेम है जस्ट ਆਪਾਂ नंबर चेंज करते जाना अगर 7 है 7 कमांड बटन दी तो 7 88 9 6 6 ਜਿਹੜਾ ਕਮਾਂਡ ਬਟਨ ਉਹ ਵੀ ਮੇਰਾ ਹੋ ਗਿਆ ਅਭਿਜੀਤ ਮੈਡਮ ਤੁਹਾਡੀ ਸਕਰੀਨ ਸ਼ੇਅਰ ਨਹੀਂ ਹੋ ਰਹੀ ਪਲੀਜ਼ ਚੈੱਕ ਕਰੋ ਇਹਨੂੰ ਹੁਣ ਸ਼ੇਅਰ ਹੋ ਗਈ ਠੀਕ ਹੈ ਜੀ
Now this one is for 5. For 4, the next box. यूजर फॉर्म पे क्लिक करूंगी तो जेड़ा मेरा यूजर फॉर्म का कैलकुलेटर ओपन हो जाएगा इधर प्रॉपर्टीज में। 3 यूजर फॉर्म पे 2 1 it is 0. करते हैं ना जो है अपनी कोडिंग हो चुकी है 3 2 1 6 5 4 9 decimal तो पता है। The next one is operators. Operators की कोड यूज करेंगे। ऑपरेटर का मतलब कैलकुलेटर में फर्स्ट नंबर ऐड करेंगे। नंबर को ऐड करवाना है तो मैं फर्स्ट नंबर दूंगी, देन ऐड पे क्लिक करूंगी, सेकंड नंबर दूंगी, फिर क्या होगा मेरा रिजल्ट हो शो होगा। सो ऑपरेटर्स चाहिए अपन एक फर्स्ट नंबर चाहिए तो आप फर्स्ट नंबर यूज कराएंगे उन्हें डिनोट कर कितना ले जाएगी टेक्स्ट बॉक्स वन दे विच मैं टेक्स्ट एंटर करूंगी वो क्या होगा मेरी फर्स्ट वैल्यू, देन टेक्स्ट बॉक्स 1 डॉट एम्प्टी कि हजे मैंने ऑपरेटर जेड़ा वो इंट्रोड्यूस करना है। तो फर्स्ट जेड़ा है ਆਪਾਂ एडिशन नहीं बनाने हैं तो ऑपरेटर दसांगे ना प्रोग्राम ली आप ऑपरेटर यूज कर रहे हैं इन्वर्टेड कॉमास लिखांगे एडिशन। तो ऑपरेशन क्या है अपना ऑपरेटर डिफाइन देन प्लस वैल्यू 0 होगी क्योंकि जेड़ा प्लस का कोडिंग हो चुकी फर्स्ट नंबर में सेकंड देखूं क्या हो सेकंड नंबर लेटर भी हो करूंगी देन क्या करेंगे अपने को क्या आएगी। तो सिमिलर वे दे भी आप बाकी ऑपरेटर्स भी कर लेने हैं लाइक फॉर लेस will be equal to text box dot text text one dot text is equal to empty। जो मैंने फर्स्ट नंबर देने के बाद ऑपरेटर दिया तो एम्प्टी हो गया और ऑपरेटर मैं दे रही हूँ क्या परफॉर्म करवाना चाहिए मैं दो नंबर्स नो लेस करवाना था माइनस इन्हें कॉपी कर लेना क्योंकि बाकी ऑपरेटर्स ही सेम है।
ऑपरेटर चेंज कर देंगे. दिस वन इज फॉर मल्टीप्लिकेशन. दूसरे फॉर्म देख लिखना फॉर डिवीजन. लास्ट वन क्या है? मॉड्यूलस. पेस्ट करके so now this one is clear button. clear button ਦਾ ਫੰਕਸ਼ਨ क्या है ਵੀ ਜਦੋਂ ਵੀ ਆਪਾਂ ਤੇ ਕਲਿੱਕ ਕਰਦੇ ਹਾਂ ਤਾਂ ਜਿੰਨੀ ਵੀ ਟੈਕਸਟ ਬਾਕਸ ਦੇ ਵਿੱਚ ਵੈਲਿਊ ਹੈ ਉਹ ਮੇਰੀ ਕੀ ਹੋ ਜਾਵੇ 0. ਤਾਂ ਇਹਦੇ ਲਈ ਸਿੰਪਲ ਕੋਡਿੰਗ ਇਹ ਹੈ that text box 1 dot text will be equal to 0. ਵੀ ਜਦੋਂ ਮੈਂ C ਤੇ ਕਲਿੱਕ ਕਰਾਂ ਤਾਂ ਉੱਥੇ ਵੈਲਿਊ ਕੀ ਹੋ ਜਾਏ 0. ਹੁਣ ਲਾਸਟ ਵਨ ਹੈ equal to. इक्वल टू क्या हो गया? दो नंबर्स चाहिए मैंने, फर्स्ट नंबर एंड सेकंड नंबर. एक प्रोग्राम परफॉर्म करने लिए मैंने दो नंबर चाहिए होंगे अगर ऐड करवाना है, मल्टीप्लिकेशन लिखवाना है. सो इक्वल टू द प्रोग्रामिंग अपनी जड़ी है वो सेकंड नंबर तो स्टार्ट की. सेकंड नंबर उन्होंने आप डिनोट करते हैं सेकंड नाम देना विल बी इक्वल टू text box 1 dot text. वैल्यू कितना ले जाओगी? text box 1 with जो text है वो enter कितना यूज करेंगे that ऑपरेटर. अगर मैं ऑपरेटर यूज कर रही हैं एडिशन then फिर क्या होगा? आंसर शो हुए फर्स्ट नंबर प्लस सेकंड नंबर. ऑपरेटर फर्स्ट नंबर से सेकंड नंबर की क्या होता है? एडिशन. नंबर्स क्या जो आप text box 1 dot text box से which जड़ा है आपा आंसर डिस्प्ले करवाना है and text box dot 1 is equal to क्या जड़ा ना डिस्प्ले होगा आंसर क्या वेरिएबल. वेरिएबल का फंक्शन ये था कि फर्स्ट नंबर ते सेकंड नंबर एडिशन now अगर एडिशन के अलावा कोई ऑपरेटर यूज करांगे देन वो कंडीशन दूंगी else if ऑपरेटर सेकंड ऑपरेटर अपने को केड़ा लेस इन्वर्टेड कॉमास में लिखांगे लेस देन वेरिएबल की परफॉर्म होगा आंसर विल बी इक्वल टू मैम हाँ जी सर ਤੁਹਾਡੀ ਸਕਰੀਨ ਸ਼ੇਅਰ ਨਹੀਂ ਹੋ ਰਹੀ, ਪਲੀਜ਼ ਸਕਰੀਨ ਸ਼ੇਅਰ ਕਰੋ ਪਹਿਲੇ. सर मेरे तो इधर ऑन है स्क्रीन शेयर. ਹੋ ਰਹੀ ਹੁਣ ਹੋ ਰਹੀ ਦੁਬਾਰਾ ਫਿਰ. सर इंटरनेट करके थोड़ी दिक्कत आ रही है. ਕੋਈ ਗੱਲ ਨਹੀਂ ਮੈਡਮ, ਤੁਸੀਂ 5 ਮਿੰਟ ਹੋਰ ਲੈ ਲਓ, ਠੀਕ ਹੈ? ਫਿਰ ਨੂੰ ਐਂਡ ਕਰ ਦਿਓ ਪਲੀਜ਼ ਇਹਦਾ, ਹੈ ਨਾ?
and second now इधर अगर टैप अगर then text box 1 dot text ਦੇ ਵਿੱਚ ਆਏਗਾ ਆਪਣਾ। इसी तरह बाकी ऑपरेटर्स ਨੂੰ ਵੀ ਲਿਖ ਸਕਦੇ ਆ। ਉਹ ਕਿਸ ਇਸ ਕੰਡੀਸ਼ਨਸ ਯੂਜ਼ ਕਰਕੇ ਇਹਨੂੰ ਕਾਪੀ ਕਰ ਲੈਂਦੇ ਆ। ऑपरेटर है मल्टीप्लाई, तो फिर क्या होगा, जो फर्स्ट नंबर है और सेकंड नंबर है दोनों दी मल्टीप्लिकेशन जेडी है वो होगी। देन नेक्स्ट वन इज डिवीजन, स्लैश के नाल डिलीट करेंगे, फर्स्ट नंबर में डिवाइड करेगा सेकंड नंबर। लास्ट वन इज मॉडुलस, दैट इज डिनोटेड बाय परसेंटेज, और इसकी फंक्शन वैल्यू क्या आती है मॉड। ਇਹਦੇ ਲਈ ਸਾਈਨ ਯੂਜ਼ ਨਹੀਂ ਕਰਦੇ, मैंने इफ ਦੀਆਂ ਸਾਰੀਆਂ ਕੰਡੀਸ਼ਨਸ ਦੇਤੀਆਂ। ਹੁਣ ਫੰਕਸ਼ਨ ਨੂੰ ਐਂਡ ਕਰਨਾ ਹੈ, ਉਹਦੇ ਲਈ ਆਪਾਂ ਦੋਗੇ ਐਂਡ ਇਫ। ਤਾਂ ਇਹ क्या ਹੋ ਗਿਆ, ਇਕੁਅਲ ਟੂ ਦੀ ਮੇਰੀ ਸਾਰੀ ਪ੍ਰੋਗਰਾਮਿੰਗ ਹੋ ਗਈ। ਕਿਵੇਂ ਫਸਟ ਨੰबर ਤੇ ਸੈਕਿੰਡ ਨੰबर ਜਿਹੜਾ ਉਹ ਐਡ ਹੋ ਕੇ ਆਨਸਰ ਆਏ। ਦੈਨ अगर वो ऑपरेटर नहीं है कोई, आप एल्स ऑपरेटर यूज कर रहे हैं लाइक सबट्रैक्शन मल्टीप्लिकेशन डिवीजन, तो सॉल्व किमें होगा, फर्स्ट नंबर तो सेकंड वैल्यू दे नाल ऑपरेटर जड़ा वो यूज होगा। रन करके देखते हैं। नाउ 7 + 3 देन आंसर विल बी क्लियर। बटन पे क्लिक किया था वैल्यू 0 होगी। इसी तरह बाकी जेडे हैं वो फंक्शन जेडे आप परफॉर्म कर सकते हैं। मेरे को एक वर्किंग कैलकुलेटर है, मैं थोड़ा ना रोज शेयर कर सकती हूँ किस तरह दी आप कलर्स वगैरह चेंज कर सकते हैं। ਜਿਹੜਾ ਹੈ ਕਰਤਾ ਵੀ ਜਦੋਂ ਮੈਂ ਓਪਨ ਕੈਲਕੂਲੇਟਰ ਕਰਦੀ ਹਾਂ ਮੇਰਾ ਕੈਲਕੂਲੇਟਰ ਓਪਨ ਹੋ ਜਾਂਦਾ। चेंज कितनी है और उन्होंने स्पेसिफाई देता कोडिंग जिस तरह दी है और परफॉर्म करो तो 4 5 इक्वल टू 9। मॉडुलस इधर फाइंड करना होगा, मॉडुलस 7 नंबर आएगी 1 डिजाइन ऑन पे तो आप है कोडिंग चेक कर सकते हैं किसी भी बटन पे क्लिक कर उस